समझ सकते हैं कि पंजाब की किसानी की खुशहाली जिहड़ी है ये दिल्ली ਦੀਆਂ ਅੱਖਾਂ ਦੇ ਵਿੱਚ ਰੜਕਦੀ ਰਹੀ ਹੈ। ਪੰਜਾਬ ਦੇ ਵਿੱਚ ਜਦੋਂ ਵੀ ਦਿੱਲੀ ਵੱਲੋਂ ਕੋਈ ਧੱਕਾ ਹੁੰਦਾ ਉਹਦਾ ਇੱਕ ਮਕਸਦ ਹੁੰਦਾ ਕਿ ਪੰਜਾਬ ਦੀ ਇੱਕ ਵੱਖਰੀ ਪਛਾਣ ਜਿਹੜੀ ਹੈ ਉਹਨੂੰ ਖਤਮ ਕਰਨਾ। ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ। ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਬਿਆਨ ਆਉਂਦਾ ਹੈ ਕਿ ਇਹ ਇੱਕ ਚੰਗਾ ਕੰਮ ਹੋਇਆ ਜਿਹੜੀ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ। ਕੀ ਲੱਗਦਾ ਕੀ ਸੋਚਦੇ? ਕਈ ਕਿਸਾਨ ਲੀਡਰ ਜਿਹੜੇ ਬਣੇ ਇਸ ਟਾਈਮ ਉਹਨਾਂ ਦੀ ਭੂਮਿਕਾ ਜਿਹੜੀ ਆ ਉਸ ਦੌਰ ਦੇ ਵਿੱਚ ਹਕੂਮਤ ਦੀ ਜਿਹੜੀ ਪੁਲਿਸ ਆ ਜਿਹੜੀ ਥਾਣਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਖੋਹ ਕੇ ਮਾਰਦੀ ਸੀ, ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਕਰਦੀ ਸੀ, ਥਾਣਿਆਂ ਦੇ ਵਿੱਚ ਸਿੱਖਾਂ ਦੀਆਂ ਕੁੜੀਆਂ ਨੂੰ ਨੰਗੀਆਂ ਕਰਦੀ ਸੀ, ਵੀ ਉਹਨਾਂ ਦੇ ਟੌਟਾਂ ਦੀ ਭੂਮਿਕਾ ਜਿਹੜੇ ਲੋਕ ਨਿਭਾਉਂਦੇ ਰਹੇ ਆ। ਦੀਪ ਸਿੱਧੂ ਇਸੇ ਕਰਕੇ ਅਸਲ ਵਿੱਚ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਰੜਕਦਾ ਸੀ, ਇਸੇ ਕਰਕੇ ਉਹਨੂੰ ਪਹਿਲਾਂ ਲਾਂਭੇ ਕੀਤਾ ਗਿਆ ਕਿਉਂਕਿ ਉਹ ਸ਼ੁਰੂ ਤੋਂ ਇਹ ਕਹਿੰਦਾ ਆ ਰਿਹਾ ਸੀਗਾ ਕਿ ਗੱਲ ਸਿਰਫ ਸਾਡੇ ਖੇਤਾਂ ਦੀ ਨਹੀਂ, ਸਾਡੀ ਹੋਂਦ ਦੀ ਵੀ ਆ, ਸਾਡੀ ਪਛਾਣ ਦੀ ਵੀ ਆ। ਉਹ ਇੱਕ ਦਰਿਆ ਦਾ ਵਹਿਣ ਹੁੰਦਾ, ਉਹਨੂੰ ਤੁਸੀਂ ਬੰਨ੍ਹ ਲਾ ਕੇ ਨਹੀਂ ਰੋਕ ਸਕਦੇ। ਜੇ ਇੱਕ ਪਾਸੇ ਬੰਨ੍ਹ ਲਾਓਗੇ ਉਹ ਦੂਜੇ ਪਾਸੇ ਨਿਕਲ ਜਾਊਗਾ। ਸੰਘਰਸ਼ ਜਿਹੜੇ ਆ ਸਰਕਾਰਾਂ ਦੇ ਖਿਲਾਫ ਸੰਘਰਸ਼ ਜਿਹੜੇ ਆ ਕਿਸੇ ਫੁੱਟਬਾਲ ਦੇ ਮੈਚ ਵਾਂਗ ਨਹੀਂ ਲੜੇ ਜਾ ਸਕਦੇ ਕਿ ਤੁਸੀਂ ਆਹ ਜਿਹੜੀ ਲੀਗ ਇਸ ਤੋਂ ਪਾਰ ਨਹੀਂ ਹੋਣਾ। ਉੱਥੇ ਜਿਹੜਾ ਪਹਿਲਾਂ ਝੁੱਲ ਰਿਹਾ ਤਿਰੰਗਾ ਝੰਡਾ ਉਹਦਾ ਕਿਸੇ ਨੇ ਅਪਮਾਨ ਨਹੀਂ ਕੀਤਾ। ਜਿਹੜਾ ਇੱਕ ਖਾਲਸਾਈ ਨਿਸ਼ਾਨ ਜਿਹੜਾ ਕਿ ਆਮ ਤੌਰ 'ਤੇ ਕਈ ਵਾਰ ਜਿਹੜਾ ਜਦੋਂ ਲਾਲ ਕਿਲ੍ਹੇ ਦੇ ਉੱਤੇ ਫਤਿਹ ਦਿਵਸ ਮਨਾਇਆ ਜਾਂਦਾ ਬਘੇਲ ਸਿੰਘ ਹੋਰਾਂ ਦੀ ਯਾਦ ਵਿੱਚ, ਉਹ ਉਦੋਂ ਵੀ ਝੁਲਾਏ ਜਾਂਦੇ ਆ। 27 ਜਨਵਰੀ ਵਾਲਾ ਦਿਨ ਚੜ੍ਹਦਾ ਹੈ, ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂਆਂ ਦੇ ਵਿੱਚੋਂ ਰਜਿੰਦਰ ਸਿੰਘ ਦੀਪ ਵਾਲਾ ਜਿਹੜਾ ਇੱਕ ਬੜੀ ਭੱਦੀ ਸ਼ਬਦਾਵਲੀ ਵਿੱਚ ਲੱਖੇ ਨੂੰ ਸੰਬੋਧਨ ਕਰਦੇ ਆ, ਦੀਪ ਨੂੰ ਗਦਾਰ ਕਹਿ ਕੇ ਸੰਬੋਧਨ ਕਰਦੇ ਆ। ਲੱਖਾ ਉਹੀ ਨੌਜਵਾਨ ਹੈ ਜਿਨੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਾਸਤੇ ਲਾਮਬੰਦ ਕੀਤਾ, ਨੌਜਵਾਨਾਂ ਨੂੰ ਜੋੜਿਆ। ਤੁਹਾਨੂੰ ਲੱਗਦਾ ਹੈ ਕਿ ਜੇ ਇਹੋ ਜਿਹੇ ਅੱਗੇ ਵੱਧ ਕੇ ਚੱਲਣ ਵਾਲੇ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਕੀਤਾ ਜਾਵੇਗਾ ਤਾਂ ਭਵਿੱਖ ਦੇ ਵਿੱਚ ਵੀ ਸਾਡੇ ਵਾਸਤੇ ਹੋਰ ਮੁਸ਼ਕਲਾਂ ਖੜੀਆਂ ਹੋ ਸਕਦੀਆਂ? ਉਸ ਸੰਘਰਸ਼ ਦੇ ਲੀਡਰ ਬਣਨਾ ਚਾਹੁੰਦੇ ਆ, ਉਹਨਾਂ ਵਿੱਚ ਲੀਡਰ ਬਣਨ ਦੀ ਕਾਬਲੀਅਤ ਨਹੀਂ ਹੁੰਦੀ। ਉਹ ਹਮੇਸ਼ਾ ਉਸ ਬੰਦੇ ਤੋਂ ਪੈਸੇ ਖਾਂਦੇ ਜਿਹਦੇ ਵਿੱਚ ਲੀਡਰਸ਼ਿਪ ਵਾਲੇ ਗੁਣ ਹੁੰਦੇ ਆ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਰਜਿੰਦਰ ਸਿੰਘ ਸਭਰਾਜ। 26 ਜਨਵਰੀ ਤੋਂ ਬਾਅਦ ਕੁਝ ਲਗਾਤਾਰ ਨੌਜਵਾਨ ਜਿਹੜੇ ਸਨ ਉਹ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਸਨ। ਇਸ ਵਕਤ ਦੀਪ ਸਿੱਧੂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਲੱਖਾ ਸਿਧਾਣਾ ਦੇ ਉੱਪਰ ਵੀ ਦਿੱਲੀ ਪੁਲਿਸ ਵੱਲੋਂ ਬਾਰ-ਬਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਦੇ ਵੱਲੋਂ ਵੀ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਸਨ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਅਸੀਂ ਭਾਈ ਬਲਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ, ਜਿਨ੍ਹਾਂ ਨੇ ਸੰਘਰਸ਼ ਨੂੰ ਆਪਣੇ ਪਿੰਡੇ ਦੇ ਉੱਪਰ ਵੀ ਹੰਢਾਇਆ ਸੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੇ ਪੁਰਾਤਨ ਦੌਰ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਵੀ ਆਪਣੇ ਪਿੰਡੇ ਦੇ ਉੱਪਰ ਉਹ ਜਿਹੜੇ ਹਾਲਾਤ ਸਨ ਹੰਢਾਇਆ, ਤੁਸੀਂ ਵੀ ਸੰਘਰਸ਼ ਕੀਤਾ, ਪਰ ਜਿਹੜਾ ਕਿਸਾਨੀ ਅੰਦੋਲਨ ਹੈ ਇਸ ਸਮੁੱਚੇ ਸੰਘਰਸ਼ ਦਾ ਜਿਹੜਾ ਤੁਸੀਂ ਪੂਰਾ ਵਾਤਾਵਰਨ ਹੈ ਕਿਵੇਂ ਦੇਖਦੇ ਹੋ? ਹਾਂ ਦੇਖੋ, ਜਿਹੜਾ ਕਿਸਾਨੀ ਸੰਘਰਸ਼ ਦੀ ਅਸੀਂ ਗੱਲ ਕਰੀਏ ਤੇ ਇਹ ਸਾਨੂੰ ਮੰਨਣਾ ਪਏਗਾ ਕਿ ਪੰਜਾਬ ਦੀ ਕਿਸਾਨੀ ਜਿਹੜੀ ਆ ਇਹ ਬਾਕੀ ਸਟੇਟਾਂ ਜਿਹੜੀਆਂ ਇੰਡੀਆ ਦੀਆਂ ਉਹਦੇ ਨਾਲੋਂ ਇੱਕ ਵੱਖਰੀ ਆ। ਵੱਡੀ ਗੱਲ ਇਹ ਕਿ ਇੱਥੇ ਕਿਸਾਨ ਜਿਹੜੇ ਨੇ ਉਹ ਜ਼ਮੀਨਾਂ ਦੇ ਮਾਲਕ ਨੇ ਅਤੇ ਇਹਨਾਂ ਨੂੰ ਜ਼ਮੀਨਾਂ ਦੀ ਮਾਲਕੀ ਜਿਹੜੀ ਆ ਉਹ ਖਾਲਸਾ ਰਾਜ ਦੇ ਸਮੇਂ ਜਿਹੜੀ ਆ ਦਿੱਤੀ ਗਈ। ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ, ਕਿਉਂਕਿ ਇੱਕ ਜਾਗੀਰਦਾਰੀ ਸਿਸਟਮ ਪਹਿਲਾਂ ਇੱਥੇ ਹੁੰਦਾ ਸੀ ਜਿਹਦੇ ਵਿੱਚ ਇੱਕ ਜਾਗੀਰਦਾਰ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਹੁੰਦੀ ਸੀ ਅਤੇ ਜਿਹੜੇ ਕਿਸਾਨ ਸੀ ਵਾਹੀਕਾਰ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਉਹ ਮਜ਼ਦੂਰਾਂ ਵਾਂਗ ਆ ਕੇ ਵਾਹੀ ਕਰਕੇ ਉਹਨਾਂ ਨੂੰ ਜਿਹੜੀ ਆ ਕਿ ਫਸਲ ਉਪਜਾਉਂਦੇ ਸੀ ਅਤੇ ਉਹਨਾਂ ਨੂੰ ਬਹੁਤ ਨਿਗੂਣੀ ਜੀ ਜਿਹੜੀ ਆ ਕਿ ਉਹਦਾ ਜਿਹੜੀ ਆ ਪੇਮੈਂਟ ਮਿਲਦੀ ਸੀ। ਅਤੇ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ, ਆਲੇ ਦੁਆਲੇ ਦੇ ਇਲਾਕੇ ਜਿੱਤੇ, ਉੱਥੇ ਪਹਿਲੀ ਵਾਰੀ ਜਿਹੜਾ ਕਿ ਵਾਹੀਕਾਰਾਂ ਨੂੰ ਜ਼ਮੀਨਾਂ ਦੀਆਂ ਮਾਲਕੀਆਂ ਦਿੱਤੀਆਂ ਗਈਆਂ। ਅਤੇ ਉਸ ਤੋਂ ਬਾਅਦ ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਜਿਹੜਾ ਉਹ ਬਹੁਤਾ ਸਮਾਂ ਨਹੀਂ ਰਿਹਾ, 6 ਸਾਲ ਰਿਹਾ,
ਪਰ ਉਹਦੇ ਵਿੱਚ ਉਹਨੇ ਇਹ ਜਿਹੜਾ ਜਾਗੀਰਦਾਰੀ ਸਿਸਟਮ ਆ ਵੀ ਇਹਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਸੀ। ਉਸ ਤੋਂ ਬਾਅਦ ਲੰਮਾ ਸੰਘਰਸ਼ ਚੱਲਦਾ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਰਾਜ ਆਇਆ, ਸਿੱਖ ਮਿਸਲਾਂ ਦਾ ਰਾਜ ਆਇਆ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਉਹਦੇ ਵਿੱਚ ਜਿਹੜੀ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਬਹੁਤ ਤਰੱਕੀ ਉਹਨੇ ਕੀਤੀ ਆ। ਜ਼ਮੀਨਾਂ ਦੀ ਮਾਲਕੀ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਬੜੀਆਂ ਵੱਡੀਆਂ ਜ਼ਮੀਨਾਂ ਦੇ ਮਾਲਕ ਬਣੇ ਆ। ਜੇ ਅਸੀਂ ਬਿਹਾਰ ਅਤੇ ਦੂਜੀਆਂ ਸਟੇਟਾਂ ਵਿੱਚ ਵੇਖੀਏ, ਅਜੇ ਵੀ ਉੱਥੇ ਜਾਗੀਰਦਾਰੀ ਸਿਸਟਮ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਵਾਲਾ, ਉਹ ਸਿਸਟਮ ਅਜੇ ਤੱਕ ਉੱਥੇ ਚੱਲ ਰਿਹਾ। ਵੀ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਜਾਗੀਰਦਾਰਾਂ ਦੇ ਕੋਲ ਨੇ ਅਤੇ ਕਿਸਾਨ ਜਿਹੜੇ ਵਾਹੀਕਾਰ ਨੇ ਉਹ ਮਜ਼ਦੂਰਾਂ ਵਾਂਗ ਕੰਮ ਕਰਦੇ ਆ। ਅਤੇ ਅਸੀਂ ਦੇਖੀਏ ਕਿ ਜੇ ਉਹਨਾਂ ਕਿਸਾਨਾਂ ਨੇ ਆਪਣੇ ਸੰਘਰਸ਼ ਲਈ ਕੋਈ ਜਥੇਬੰਦੀ ਤਿਆਰ ਕੀਤੀ ਅਤੇ ਜਾਗੀਰਦਾਰਾਂ ਨੇ ਆਪਣੇ ਗੁੰਡਿਆਂ ਦੀ ਇੱਕ ਫੌਜ ਤਿਆਰ ਕੀਤੀ ਜਿਹਦਾ ਨਾਂ ਰਣਵੀਰ ਸੈਨਾ ਰੱਖਿਆ ਗਿਆ, ਜਿਹੜੀ ਉਹਨਾਂ ਸੰਘਰਸ਼ਸ਼ੀਲ ਲੋਕਾਂ ਦੀ ਕਤਲੇਆਮ ਕਰਦੀ ਆ। ਅਤੇ ਪੰਜਾਬ ਦੇ ਕਿਸਾਨ ਜਿਹੜੇ ਆ ਇਸ ਗੱਲੋਂ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਗੁਰੂ ਦੇ ਸਿਧਾਂਤਾਂ 'ਤੇ ਚੱਲਦਿਆਂ ਜਿਹੜੀ ਆ ਸਿੱਖ ਲਹਿਰ ਨੇ ਜ਼ਮੀਨਾਂ ਦੀ ਜਿਹੜੇ ਮਾਲਕ ਬਣਾਇਆ। ਅਤੇ ਇਹ ਅਸੀਂ ਸਮਝ ਸਕਦੇ ਹਾਂ ਕਿ ਪੰਜਾਬ ਦੀ ਕਿਸਾਨੀ ਦੀ ਇਹ ਖੁਸ਼ਹਾਲੀ ਜਿਹੜੀ ਆ ਇਹ ਦਿੱਲੀ ਦੀਆਂ ਅੱਖਾਂ ਦੇ ਵਿੱਚ ਰੜਕਦੀ ਰਹੀ ਆ 1947 ਤੋਂ ਲੈ ਕੇ। ਅਤੇ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਪੰਜਾਬ ਦੇ ਕਿਸਾਨਾਂ ਨੂੰ ਘਸਿਆਰੇ ਬਣਾ ਕੇ ਰੱਖ ਦਿੱਤਾ ਜਾਵੇ। ਇਹਨਾਂ ਨੂੰ ਜਿਹੜਾ ਕਿ ਕਦੀ ਬਿਜਲੀ ਦਾ, ਕਦੀ ਪੰਜਾਬ ਦੇ ਪਾਣੀਆਂ ਦੀ ਲੁੱਟ, ਅਤੇ ਕਈ ਤਰ੍ਹਾਂ ਦੇ ਜਿਹੜਾ ਕਿ ਇਹ ਅਸੀਂ ਜੇ ਵੇਖੀਏ ਧਰਮ ਯੁੱਧ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਿੱਚ ਵੀ ਜ਼ਿਆਦਾਤਰ ਜਿਹੜਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ, ਪੰਜਾਬ ਦੀ ਖੇਤੀ ਨੂੰ ਬਚਾਉਣ ਦੇ ਲਈ ਜਿਹੜਾ ਕਿ ਉਹ ਹੈ ਸੀ। ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਕਿਸਾਨੀ ਦੇ ਨਾਲ ਜੇ ਕੁਝ ਹੁੰਦਾ, ਧੱਕਾ ਹੁੰਦਾ, ਅਤੇ ਉਹਦਾ ਇੱਕ ਜਿਹੜਾ ਸਿਰਫ ਘੇਰਾ ਆਰਥਿਕ ਪੱਖ ਤੱਕ ਹੀ ਸੀਮਿਤ ਰਹਿੰਦਾ। ਪਰ ਪੰਜਾਬ ਦੇ ਵਿੱਚ ਜਦੋਂ ਵੀ ਦਿੱਲੀ ਵੱਲੋਂ ਕੋਈ ਧੱਕਾ ਹੁੰਦਾ ਉਹਦਾ ਇੱਕ ਮਕਸਦ ਹੁੰਦਾ ਕਿ ਪੰਜਾਬ ਦੀ ਇੱਕ ਵੱਖਰੀ ਪਛਾਣ ਜਿਹੜੀ ਆ, ਇੱਕ ਵੱਖਰੀ ਪਛਾਣ ਵੀ ਉਹਨੂੰ ਖ਼ਤਮ ਕਰਨਾ ਅਤੇ ਇਹਨੂੰ ਜਿਹੜਾ ਕਿ ਜਜ਼ਬ ਕਰ ਲੈਣਾ। ਕਿਉਂਕਿ ਇਹ ਹੋਂਦ ਜਿਹੜੀ ਆ ਲਗਾਤਾਰ ਦਿੱਲੀ ਦੇ ਹਾਕਮ, ਜਿਹੜੀ ਇਹਨਾਂ ਲੋਕਾਂ ਦੀ ਵਿਚਾਰਧਾਰਾ ਜਿਹਨੂੰ ਆਪਾਂ ਵਿਪਰ ਵਿਚਾਰਧਾਰਾ ਕਹਿੰਦੇ ਹਾਂ, ਇਹ ਤਾਂ ਅਸਲ ਵਿੱਚ ਲੰਮਾ ਸਮਾਂ ਇਹਦੇ ਪੈਰੋਕਾਰ ਜਿਹੜੇ ਆ ਕਿ ਮੁਗਲਾਂ ਦੇ ਗੁਲਾਮ ਰਹੇ, ਫਿਰ ਅੰਗਰੇਜ਼ਾਂ ਦੇ ਗੁਲਾਮ ਰਹੇ। ਵੀ ਉਸ ਵੇਲੇ ਵੀ ਗੁਲਾਮੀ ਦੀ ਹਾਲਤ ਵਿੱਚ ਵੀ ਇਹ ਸਿੱਖ ਵਿਚਾਰਧਾਰਾ ਨਾਲ ਖਾਰ ਖਾਂਦੇ ਰਹੇ ਆ। ਅਤੇ ਜਦੋਂ ਇਹਨਾਂ ਦੇ ਹੱਥ ਸੱਤਾ ਦੀ ਤਾਕਤ ਆ ਗਈ 1947 ਤੋਂ ਬਾਅਦ, ਉਦੋਂ ਇਹਨਾਂ ਨੇ ਮਿੱਥ ਕੇ ਜਿਹੜਾ ਕਿ ਪੰਜਾਬ ਦੇ ਵਿੱਚੋਂ ਇਸ ਸਿੱਖ ਵਿਚਾਰਧਾਰਾ ਨੂੰ ਖਤਮ ਕਰਨ ਲਈ, ਸਿੱਖ ਵਿਚਾਰਧਾਰਾ ਦੇ ਪੈਰੋਕਾਰਾਂ ਨੂੰ ਜਿਹੜਾ ਦਬਾਉਣ ਲਈ, ਇਹਨਾਂ ਦੀ ਵੱਖਰੀ ਪਛਾਣ ਖਤਮ ਕਰਨ ਲਈ, ਇਹਨਾਂ ਦੀ ਜਿਹੜੀ ਆਜ਼ਾਦੀ ਨਾਲ ਸਿਰ ਉੱਚਾ ਚੁੱਕ ਕੇ ਤੁਰਨ ਦੀ ਜਿਹੜੀ ਆ ਰਵਾਇਤ, ਉਸ ਨੂੰ ਖਤਮ ਕਰਨ ਦੇ ਲਈ। ਅਤੇ ਇਹ ਬੜੇ ਜਿਹੜੇ ਲੰਮੇ ਯਤਨ ਇਹਨਾਂ ਨੇ ਕੀਤੇ ਆ, ਜਿਹਦੇ ਵਿੱਚ ਪੰਜਾਬ ਦੀ ਜਵਾਨੀ, ਖਾਸ ਤੌਰ 'ਤੇ ਸਿੱਖ ਜਵਾਨੀ ਨੂੰ ਗੋਲੀਆਂ ਨਾਲ ਵੀ ਮਾਰਿਆ ਗਿਆ, ਥਾਣਿਆਂ ਵਿੱਚ ਕੋਹ ਕੇ ਵੀ ਮਾਰਿਆ ਗਿਆ, ਅਤੇ ਉਸ ਤੋਂ ਬਾਅਦ ਜਿਹੜਾ ਕਿ ਅਗਲੀ ਪੀੜ੍ਹੀ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰਕੇ ਵੀ ਮਾਰਿਆ ਗਿਆ। ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਕਿ ਇਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਚੱਕਰ ਵਿਊਹ ਆ। ਬਾਕੀ ਕਿਸਾਨੀ ਲਈ ਬੇਸ਼ੱਕ ਇਹ ਮੁੱਦਾ ਜਿਹੜਾ ਕਿ ਇੱਕ ਆਰਥਿਕ ਘੇਰੇ ਤੱਕ ਸੀਮਤ ਆ, ਪਰ ਪੰਜਾਬ ਦੇ ਸਿੱਖ ਜਿਹੜੇ ਆ ਜਿਨ੍ਹਾਂ ਨੇ 1947 ਤੋਂ ਲੈ ਕੇ ਹੁਣ ਤੱਕ ਜਿਹੜਾ ਕਿ ਦਿੱਲੀ ਦਾ ਕਹਿਰ ਝੱਲਿਆ, ਉਹਨਾਂ ਨੂੰ ਪਤਾ ਕਿ ਪੰਜਾਬ ਜਿਹੜਾ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਆ, ਉਹਦਾ ਮਕਸਦ ਸਿਰਫ ਇਹਨਾਂ ਨੂੰ ਆਰਥਿਕ ਤੌਰ 'ਤੇ ਨਿਤਾਣੇ ਕਰਨਾ ਨਹੀਂ, ਇਹਨਾਂ ਦੀ ਧਾਰਮਿਕ ਪਛਾਣ ਵੀ ਖਤਮ ਕਰਨੀ ਆ। ਇਹਨਾਂ ਦੀ ਪੱਗ ਅਤੇ ਦਾੜ੍ਹੀ ਜਿਹੜੀ ਚੁੱਭਦੀ ਆ ਉਹਨਾਂ ਨੂੰ, ਵੀ ਇਹਨੂੰ ਵੀ ਉਹਨਾਂ ਨੇ ਜਿਹੜਾ ਕਿ ਖਤਮ ਕਰਕੇ ਉਹਨੂੰ ਜਜ਼ਬ ਕਰਨਾ ਜਿਹੜਾ ਕਿ ਹਿੰਦੁਸਤਾਨ ਦੇ ਵਿੱਚ। ਜੇ ਮੌਜੂਦਾ ਦੌਰ ਦੀ ਗੱਲ ਕੀਤੀ ਜਾਵੇ ਤਾਂ 26 ਜਨਵਰੀ ਨੂੰ ਜੋ ਕੁਝ ਵਾਪਰਿਆ, ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਚੱਲਦੇ ਆ ਤਾਂ ਇਸ ਤਰ੍ਹਾਂ ਦੀਆਂ ਜਿਹੜੇ ਤਮਾਮ ਜਿਹੜੇ ਪੱਖ ਹੁੰਦੇ ਆ ਉਹ ਵੀ ਸਾਹਮਣੇ ਆਉਂਦੇ ਆ। ਪਰ ਇਸ ਵਕਤ ਜਦੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ, ਕਿਸਾਨ ਆਗੂ ਰੁਲਦੂ ਸਿੰਘ ਵੱਲੋਂ ਬਿਆਨ ਆਉਂਦਾ ਹੈ ਕਿ ਇਹ ਇੱਕ ਚੰਗਾ ਕੰਮ ਹੋਇਆ ਜਿਹੜੀ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ। ਕੀ ਲੱਗਦਾ, ਕੀ ਸੋਚਦੇ ਹੋ? ਹਾਂ, ਜਿਹੜੇ ਅਸਲ ਵਿੱਚ ਬੜੀ ਅਸੀਂ ਮੰਦਭਾਗੀ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੀ ਨੁਮਾਇੰਦਗੀ ਅੱਜ ਉਹਨਾਂ ਲੋਕਾਂ ਦੇ ਹੱਥ ਵਿੱਚ ਆ ਗਈ ਆ ਕਿ ਜਿਹੜੇ 1984 ਤੋਂ ਬਾਅਦ ਹਕੂਮਤ ਦਾ ਜ਼ਬਰ ਜ਼ੁਲਮ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਹੋਇਆ, ਅਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ, ਅਸੀਂ ਸਾਰੇ ਨਹੀਂ ਕਹਿ ਸਕਦੇ ਕਿਉਂਕਿ
ਕੁਝ ਕਿਸਾਨ ਯੂਨੀਅਨਾਂ ਉਸ ਵੇਲੇ ਇੱਦਾਂ ਦੀਆਂ ਵੀ ਸੀਗੀਆਂ ਜਿਹੜੀਆਂ ਉਸ ਵੇਲੇ ਪੰਜਾਬ ਦੇ ਨਾਲ ਡਟ ਕੇ ਖਲੋਤੀਆਂ। ਪਰ ਕਈ ਕਿਸਾਨ ਲੀਡਰ ਜਿਹੜੇ ਬਣੇ ਇਸ ਟਾਈਮ, ਵੀ ਉਹਨਾਂ ਦੀ ਭੂਮਿਕਾ ਜਿਹੜੀ ਆ ਉਸ ਦੌਰ ਦੇ ਵਿੱਚ ਹਕੂਮਤ ਦੀ ਜਿਹੜੀ ਪੁਲਿਸ ਆ, ਜਿਹੜੀ ਥਾਣਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਕੋਹ ਕੇ ਮਾਰਦੀ ਸੀ, ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਕਰਦੀ ਸੀ, ਥਾਣਿਆਂ ਦੇ ਵਿੱਚ ਸਿੱਖਾਂ ਦੀਆਂ ਕੁੜੀਆਂ ਨੂੰ ਨੰਗੀਆਂ ਕਰਦੀ ਸੀ, ਵੀ ਉਹਨਾਂ ਦੇ ਟਾਊਟਾਂ ਦੀ ਭੂਮਿਕਾ ਜਿਹੜੇ ਲੋਕ ਨਿਭਾਉਂਦੇ ਰਹੇ ਆ। ਅਤੇ ਜਿਹੜੇ ਅਜੇ ਵੀ ਦਾਅਵਾ ਕਰਦੇ ਆ ਕਿ ਅਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਖਿਲਾਫ ਲੜੇ ਹਾਂ, ਵੀ ਉਹ ਲੋਕ ਕਿਸੇ ਵੀ ਹਾਲਤ ਵਿੱਚ ਇਸ ਕਾਬਲ ਨਹੀਂ ਕਿ ਉਹ ਪੰਜਾਬ ਦੀ ਨੁਮਾਇੰਦਗੀ ਕਰ ਸਕਣ, ਪਰ ਉਹ ਕਰ ਰਹੇ ਆ ਇਸ ਕਰਕੇ ਕਿ ਕਿਉਂਕਿ ਉਹਨਾਂ ਦੀ ਦਲੀਲ ਆ ਕਿ ਇਹ ਜਿਹੜਾ ਸੰਘਰਸ਼ ਹੈ ਇਸ ਨੂੰ ਸਿਰਫ ਕਿਸਾਨੀ ਮੁੱਦਿਆਂ ਤੱਕ ਸੀਮਿਤ ਰਹਿਣ ਦਿੱਤਾ ਜਾਵੇ। ਅਤੇ ਦੀਪ ਸਿੱਧੂ ਇਸੇ ਕਰਕੇ ਅਸਲ ਵਿੱਚ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਰੜਕਦਾ ਸੀ, ਇਸੇ ਕਰਕੇ ਉਹਨੂੰ ਪਹਿਲਾਂ ਲਾਂਭੇ ਕੀਤਾ ਗਿਆ, ਕਿਉਂਕਿ ਉਹ ਸ਼ੁਰੂ ਤੋਂ ਇਹ ਕਹਿੰਦਾ ਆ ਰਿਹਾ ਸੀਗਾ ਕਿ ਗੱਲ ਸਿਰਫ ਸਾਡੇ ਖੇਤਾਂ ਦੀ ਨਹੀਂ, ਸਾਡੀ ਹੋਂਦ ਦੀ ਵੀ ਆ, ਸਾਡੀ ਪਛਾਣ ਦੀ ਵੀ ਆ। ਅਤੇ ਲਗਾਤਾਰ ਜਿਹੜਾ ਕਿ ਦਿੱਲੀ ਦੀ ਸੈਂਟਰ ਸਰਕਾਰ ਵੱਲੋਂ ਜਿਹੜੇ ਸੂਬਿਆਂ ਨੂੰ ਤਾਂ ਪਹਿਲਾਂ ਹੀ ਜਿਹੜੇ ਆ ਕਿ ਬਹੁਤ ਘੱਟ ਹੱਕ ਨੇ, ਹੱਕ ਹੈ ਹੀ ਨਹੀਂ ਆ, ਅਤੇ ਜਿਹੜੇ ਬਚੇ ਕੁਛੇ ਹੱਕ ਨੇ ਉਹਨਾਂ ਦੇ ਉੱਤੇ ਵੀ ਡਾਕਾ ਮਾਰਿਆ ਜਾ ਰਿਹਾ। ਅਤੇ ਇਹ ਜਿਹੜਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਵੀ ਦੀਪ ਸਿੱਧੂ ਖੁੱਲ੍ਹ ਕੇ ਬੋਲ ਰਿਹਾ ਸੀ। ਉਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਦੀਪ ਸਿੱਧੂ ਨਾਲ ਸਾਡਾ ਕੋਈ ਜਿਹੜਾ ਸੰਬੰਧ ਨਹੀਂ ਆ। ਦੂਜੀ ਗੱਲ ਜਿਹੜੀ ਆ ਕਿ ਲਾਲ ਕਿਲ੍ਹੇ ਦੇ ਉੱਤੇ ਝੰਡਾ ਚਲਾਉਣ ਦੀ ਆ, ਅਤੇ ਇਹ ਇੱਕ ਬੜੀ ਹੈਰਾਨੀ ਦੀ ਗੱਲ ਆ ਕਿ ਜਦੋਂ ਸਰਕਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕ ਹੋਣ, ਵੀ ਉਹਨਾਂ ਦੇ ਸੰਘਰਸ਼ ਨੂੰ ਕੋਈ ਤਵੱਜੋ ਹੀ ਨਾ ਦੇਵੇ। ਅਤੇ ਇਹ ਇੱਕ ਕੁਦਰਤੀ ਵਰਤਾਰਾ ਹੁੰਦਾ ਕਿ ਉਸ ਸੰਘਰਸ਼ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦੇ ਅੰਦਰ ਗੁੱਸਾ ਪੈਦਾ ਹੁੰਦਾ, ਉਹ ਗੁੱਸਾ ਕਿਸੇ ਨਾ ਕਿਸੇ ਤਰੀਕੇ ਨਿਕਲਦਾ। ਉਹ ਇੱਕ ਦਰਿਆ ਦਾ ਵਹਿਣ ਹੁੰਦਾ, ਉਹਨੂੰ ਤੁਸੀਂ ਬੰਨ੍ਹ ਲਾ ਕੇ ਨਹੀਂ ਰੋਕ ਸਕਦੇ। ਜੇ ਇੱਕ ਪਾਸੇ ਬੰਨ੍ਹ ਲਾਓਗੇ ਉਹ ਦੂਜੇ ਪਾਸੇ ਨਿਕਲ ਤੁਰੂਗਾ, ਜੇ ਦੂਜੇ ਪਾਸੇ ਬੰਨ੍ਹ ਲਾਓਗੇ ਕਿਸੇ ਹੋਰ ਪਾਸੇ ਨੂੰ ਉਹ ਵਗ ਤੁਰੂਗਾ। ਅਤੇ ਇਹ 26 ਜਨਵਰੀ ਨੂੰ ਜੋ ਕੁਝ ਹੋਇਆ, ਇਹ ਅਸਲ ਵਿੱਚ ਉਹ ਲੋਕਾਂ ਦਾ ਰੋਹ ਜਿਹੜਾ ਸੀ ਦਰਿਆ ਦੇ ਵਹਿਣ ਵਰਗਾ, ਵੀ ਉਹਨੂੰ ਬੰਨ੍ਹ ਲਾ ਕੇ ਰੋਕਣ ਦੀ ਇੱਕ ਕੋਸ਼ਿਸ਼ ਸੀਗੀ ਇਹਨਾਂ ਦੀ। ਸੰਘਰਸ਼ ਜਿਹੜੇ ਆ ਸਰਕਾਰਾਂ ਦੇ ਖਿਲਾਫ ਸੰਘਰਸ਼ ਜਿਹੜੇ ਆ ਕਿਸੇ ਫੁੱਟਬਾਲ ਦੇ ਮੈਚ ਵਾਂਗ ਨਹੀਂ ਲੜੇ ਜਾ ਸਕਦੇ ਵੀ ਤੁਸੀਂ ਆਹ ਜਿਹੜੀ ਲੀਗ ਇਸ ਤੋਂ ਪਾਰ ਨਹੀਂ ਆਉਣਾ। ਜੇ ਤੁਸੀਂ ਸਰਕਾਰ ਦੇ ਖਿਲਾਫ ਸੰਘਰਸ਼ ਲੜ ਰਹੇ ਹੋ ਤਾਂ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਨਹੀਂ ਉਹ ਸੰਘਰਸ਼ ਲੜੇ ਜਾਂਦੇ। ਸਰਕਾਰ ਨੂੰ ਲੋਕਾਂ ਦੇ ਰੋਹ ਦਾ ਪਤਾ ਲੱਗਣਾ ਚਾਹੀਦਾ ਕਿ ਲੋਕ ਕਿੰਨੇ ਗੁੱਸੇ ਦੇ ਵਿੱਚ ਨੇ। ਇਹ ਇੱਕ ਬੜੀ ਵੱਡੀ ਗੱਲ ਸੀ ਕਿ ਹਜ਼ਾਰਾਂ ਲੋਕ ਜਿਹੜੇ ਆ ਉਹ ਸਰਕਾਰ ਦੇ ਬੈਰੀਕੇਡ ਜਿਹੜੇ ਲਾਏ ਤੋੜ ਕੇ ਦਿੱਲੀ ਦੇ ਵਿੱਚ ਦਾਖਲ ਹੋਏ, ਪਰ ਕਿਸੇ ਵੀ ਉੱਥੋਂ ਦੇ ਸਥਾਨਕ ਨਾਗਰਿਕ ਨੂੰ ਕੋਈ ਨੁਕਸਾਨ ਤੱਕ ਨਹੀਂ ਪਹੁੰਚਾਇਆ। ਜੇ ਅਸੀਂ ਪਿੱਛੇ ਵੇਖੀਏ ਤਾਂ ਥੋੜ੍ਹਾ ਸਮਾਂ ਪਹਿਲਾਂ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਜਿਹੜਾ ਹੋਇਆ ਸੀ, ਉਸ ਅੰਦੋਲਨ ਦੇ ਵਿੱਚ ਕੀ ਕੁਝ ਹੋਇਆ ਇਹ ਸਾਨੂੰ ਸਭ ਨੂੰ ਪਤਾ। ਦੁਕਾਨਾਂ ਲੁੱਟੀਆਂ ਗਈਆਂ, ਗੱਡੀਆਂ ਰਾਹ ਦੇ ਵਿੱਚ ਆਮ ਨਾਗਰਿਕਾਂ ਨੂੰ ਰੋਕ ਕੇ ਕੁੱਟਿਆ ਗਿਆ ਅਤੇ ਬੀਬੀਆਂ ਦੀ ਬੇਪਤੀ ਕੀਤੀ ਗਈ। ਪਰ ਇਹ ਜਿਹੜਾ 26 ਜਨਵਰੀ ਨੂੰ ਜੋ ਕੁਛ ਹੋਇਆ, ਦਿੱਲੀ ਬੇਸ਼ੱਕ ਬੈਰੀਕੇਡ ਤੋੜ ਕੇ ਉਹ ਲਾਲ ਕਿਲ੍ਹੇ ਵੱਲ ਵਧੇ, ਪਰ ਕਿਸੇ ਸਥਾਨਕ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਕਿਸੇ ਦੀ ਗੱਡੀ ਨਹੀਂ ਭੰਨੀ, ਕਿਸੇ ਦੀ ਦੁਕਾਨ ਨਹੀਂ ਲੁੱਟੀ। ਹਾਂ, ਕਿਉਂਕਿ ਪੁਲਿਸ ਉਹਨਾਂ ਨੂੰ ਰੋਕ ਰਹੀ ਸੀ, ਪੁਲਿਸ ਦੇ ਨਾਲ ਟਕਰਾਅ ਜਿਹੜਾ ਹੋਣਾ ਸੀ ਉਹ ਤਾਂ ਹੋਣਾ ਹੀ ਆ, ਉਹ ਹੋਇਆ ਵੀ ਆ। ਅਤੇ ਉੱਥੇ ਜਿਹੜਾ ਝੰਡਾ ਵੀ ਝੁਲਾਇਆ ਗਿਆ, ਉੱਥੇ ਜਿਹੜਾ ਪਹਿਲਾਂ ਝੁੱਲ ਰਿਹਾ ਤਿਰੰਗਾ ਝੰਡਾ, ਉਹਦਾ ਕਿਸੇ ਨੇ ਅਪਮਾਨ ਨਹੀਂ ਕੀਤਾ। ਜਿਹੜਾ ਇੱਕ ਖਾਲਸਾਈ ਨਿਸ਼ਾਨ ਜਿਹੜਾ ਕਿ ਆਮ ਤੌਰ 'ਤੇ ਕਈ ਵਾਰ ਜਿਹੜਾ ਜਦੋਂ ਲਾਲ ਕਿਲ੍ਹੇ ਦੇ ਉੱਤੇ ਫਤਿਹ ਦਿਵਸ ਮਨਾਇਆ ਜਾਂਦਾ ਬਾਬਾ ਬਘੇਲ ਸਿੰਘ ਹੋਰਾਂ ਦੀ ਯਾਦ ਵਿੱਚ, ਉਹ ਉਦੋਂ ਵੀ ਝੁਲਾਏ ਜਾਂਦੇ ਆ। ਅਤੇ ਇਹਨੂੰ ਅਸਲ ਵਿੱਚ ਇਸ ਤਰ੍ਹਾਂ ਦਾ ਇੱਕ ਮੁੱਦਾ ਬਣਾ ਦਿੱਤਾ ਗਿਆ ਕਿ ਬੜੀ ਵੱਡੀ ਜਿਹੜੀ ਗੁੰਡਾਗਰਦੀ ਜਿਹੜੀ ਆ ਕਿ ਜਿਵੇਂ ਦਿੱਲੀ ਦੇ ਵਿੱਚ ਕੀਤੀ ਗਈ। ਅਤੇ ਅਸਲ ਵਿੱਚ ਉਸ ਵੇਲੇ ਕਿਸਾਨ ਲੀਡਰਾਂ ਦਾ ਇਹ ਫਰਜ਼ ਸੀ ਇੱਕ ਜੁਰਤ ਨਾਲ ਸਟੈਂਡ ਲੈਣ ਦਾ, ਜਿਹੜਾ ਕਿ ਇੱਕ ਮੌਕਾ ਸੀ ਉਹਨਾਂ ਦੇ ਕੋਲ, ਕਿ ਉਹ ਇਹ ਕਹਿੰਦੇ ਕਿ ਲਗਾਤਾਰ ਕਈ ਮਹੀਨਿਆਂ ਤੋਂ ਜਿਹੜਾ ਕਿ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਅਤੇ ਇਹਦੇ ਕਰਕੇ ਜਿਹੜਾ ਇਹ ਥੋੜ੍ਹਾ ਬਹੁਤਾ ਜਿਹੜਾ ਪ੍ਰਤੀਕਰਮ ਹੋਇਆ ਇਹ ਉਹਦੇ ਕਰਕੇ ਹੋਇਆ। ਅਤੇ ਅਜੇ ਵੀ ਸਰਕਾਰ ਨੂੰ ਜਿਹੜਾ ਕਿ ਸੰਭਲ ਜਾਣਾ ਚਾਹੀਦਾ, ਨਹੀਂ ਅਤੇ ਇਹਦਾ ਜਿਹੜਾ ਪ੍ਰਤੀਕਰਮ ਹੋਰ ਵੀ ਕਈ ਤਰੀਕਿਆਂ ਨਾਲ ਹੋ ਸਕਦਾ। ਪਰ ਇਹ ਆਪਣੇ ਬਚਾਅ ਦੇ ਪੈਂਤੜੇ 'ਚ ਆ ਗਏ ਕਿ ਜਿਵੇਂ ਬਹੁਤ ਵੱਡਾ ਗੁਨਾਹ ਜਿਹੜਾ ਉਹ ਕਰ ਦਿੱਤਾ ਮੁੰਡਿਆਂ ਨੇ, ਅਤੇ ਇਹਦੇ ਕਰਕੇ ਜਿਹੜਾ ਕਿ ਸਰਕਾਰ ਨੂੰ ਇਹਦੇ 'ਤੇ ਭਾਰੂ ਹੋਣ ਦਾ ਜਿਹੜਾ ਇੱਕ ਮੌਕਾ ਮਿਲ ਗਿਆ।
26 ਜਨਵਰੀ ਨੂੰ ਜੋ ਕੁਝ ਵਾਪਰਿਆ ਚਲੋ ਇੱਕ ਅਲੱਗ ਗੱਲ ਸੀ, ਪਰ 25 ਜਨਵਰੀ ਦੀ ਰਾਤ ਨੂੰ ਵੀ ਉੱਥੇ ਸਟੇਜ ਦੇ ਉੱਪਰ ਹੰਗਾਮਾ ਆਉਂਦਾ ਹੁੰਦਾ ਆ, ਕੋਈ ਕਿਸਾਨ ਨਹੀਂ ਹੁੰਦਾ। ਪਰ ਜਿਹੜੀ 27 ਜਨਵਰੀ ਵਾਲਾ ਦਿਨ ਚੜ੍ਹਦਾ ਹੈ ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂਆਂ ਦੇ ਵਿੱਚੋਂ ਰਜਿੰਦਰ ਸਿੰਘ ਦੀਪ ਵਾਲਾ ਜਿਹੜਾ ਇੱਕ ਬੜੀ ਭੱਦੀ ਸ਼ਬਦਾਵਲੀ ਵਿੱਚ ਲੱਖੇ ਨੂੰ ਸੰਬੋਧਨ ਕਰਦੇ ਆ, ਦੀਪ ਨੂੰ ਗਦਾਰ ਕਹਿ ਕੇ ਸੰਬੋਧਨ ਕਰਦੇ ਆ। ਲੱਖਾ ਉਹੀ ਨੌਜਵਾਨ ਹੈ ਜਿਹਨੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਾਸਤੇ ਲਾਮਬੰਦ ਕੀਤਾ, ਨੌਜਵਾਨਾਂ ਨੂੰ ਜੋੜਿਆ। ਤੁਹਾਨੂੰ ਲੱਗਦਾ ਹੈ ਕਿ ਜੇ ਇਹੋ ਜਿਹੇ ਅੱਗੇ ਵੱਧ ਕੇ ਚੱਲਣ ਵਾਲੇ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਕੀਤਾ ਜਾਵੇਗਾ ਤਾਂ ਭਵਿੱਖ ਦੇ ਵਿੱਚ ਵੀ ਸਾਡੇ ਵਾਸਤੇ ਹੋਰ ਮੁਸ਼ਕਲਾਂ ਖੜੀਆਂ ਹੋ ਸਕਦੀਆਂ? ਹਾਂ, ਇਹ ਇੱਕ ਜਿੰਨੇ ਵੀ ਸੰਘਰਸ਼ ਜਿਹੜੇ ਆ ਲੜੇ ਜਾਂਦੇ ਆ ਉਹਨਾਂ ਦੀ ਇੱਕ ਜਿਹੜੀ ਆ ਇਹ ਗੱਲ ਹੁੰਦੀ ਆ ਸੇਮ, ਕਿ ਜਿਹੜੇ ਉਸ ਸੰਘਰਸ਼ ਦੇ ਲੀਡਰ ਬਣਨਾ ਚਾਹੁੰਦੇ ਆ ਉਹਨਾਂ ਵਿੱਚ ਲੀਡਰ ਬਣਨ ਦੀ ਕਾਬਲੀਅਤ ਨਹੀਂ ਹੁੰਦੀ। ਉਹ ਹਮੇਸ਼ਾ ਉਸ ਬੰਦੇ ਤੋਂ ਪੈਸੇ ਖਾਂਦੇ ਜਿਹਦੇ ਵਿੱਚ ਲੀਡਰਸ਼ਿਪ ਵਾਲੇ ਗੁਣ ਹੁੰਦੇ ਆ। ਜਿਨ੍ਹਾਂ ਲੋਕਾਂ ਦੇ ਵਿੱਚ ਲੀਡਰਸ਼ਿਪ ਵਾਲੀ ਕੁਆਲਿਟੀ ਨਹੀਂ ਆ, ਜਿੰਨਾ ਵੱਡਾ ਅੰਦੋਲਨ ਆ ਉਹਦੀ ਅਗਵਾਈ ਕਰਨ ਦੀ ਸਮਰੱਥਾ ਹੀ ਉਹਨਾਂ ਦੇ ਵਿੱਚ ਨਹੀਂ ਆ। ਇਹ ਗੱਲ ਕੁਦਰਤੀ ਆ ਕਿ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਵਰਗੇ ਲੋਕ ਜਿਹੜੇ ਕਿ ਇਹਨਾਂ ਨੂੰ ਜਾਪਦਾ ਕਿ ਇਹਨਾਂ ਦੇ ਪਿੱਛੇ ਜਿਹੜਾ ਕਿ ਜਵਾਨੀ ਜਿਹੜੀ ਉਹ ਲੱਗ ਸਕਦੀ ਆ, ਅਤੇ ਇਹਨਾਂ ਨੂੰ ਉਹਨਾਂ ਤੋਂ ਡਰ ਲੱਗਦਾ। ਅਸਲ ਵਿੱਚ ਅੰਦਰੋਂ ਡਰੇ ਹੋਏ ਲੋਕ ਨੇ, ਅਤੇ ਇਹ ਅੰਦਰਲਾ ਡਰ ਜਿਹੜਾ ਇਹਨਾਂ ਦਾ, ਅਤੇ ਉਸ ਡਰ ਦੇ ਵਿੱਚੋਂ ਹੀ ਜੇ ਸਾਰਾ ਕੁਛ ਜਿਹੜਾ ਕਿ ਇਹਨਾਂ ਨੌਜਵਾਨਾਂ ਨੂੰ ਗਦਾਰ ਕਹਿਣਾ ਅਤੇ ਇਹ ਸਾਰਾ ਕੁਛ ਜਿਹੜਾ ਉਹ ਨਿਕਲਦਾ। ਪਰ ਗੱਲ ਜਿਹੜੀ ਆ ਨੌਜਵਾਨੀ ਜਿਹੜੀ ਆ ਉਹ ਕਿਹਨੂੰ ਪਿਆਰ ਕਰਦੀ ਹੈ, ਅਤੇ ਤੁਸੀਂ ਜੇ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਮਾਰੋਗੇ ਅਤੇ ਉਹਦੇ ਵਿੱਚੋਂ ਸਪਸ਼ਟ ਜਿਹੜਾ ਉਹ ਤੁਹਾਨੂੰ ਨਜ਼ਰ ਆ ਜਾਊਗਾ ਵੀ ਨੌਜਵਾਨ ਕਿਹਨਾਂ ਨੂੰ ਪਿਆਰ ਕਰਦੇ ਆ। ਅਤੇ ਇਹ ਚੱਲਦਾ ਹੀ ਹੈ ਕਿ ਜਿਹੜੇ ਲੋਕ ਜਿਹੜੇ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ ਉਹ ਤੁਹਾਡੀ ਬੁਰਾਈ ਕਰਨ ਲੱਗ ਪੈਂਦੇ ਆ। ਅਤੇ ਇਹ ਉਹੀ ਭਾਣਾ ਜਿਹੜਾ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਵਰਗੇ ਨੌਜਵਾਨਾਂ ਨਾਲ ਜਿਹੜਾ ਉਹ ਵਰਤ ਰਿਹਾ। ਭਾਈ ਸਾਹਿਬ ਜੀ, ਅਖੀਰਲਾ ਸਵਾਲ ਹੈ। 84 ਵਰਗਾ ਜਿਹੜਾ ਵਰਤਾਰਾ ਆ, ਤੁਸੀਂ ਵੀ ਆਪਣੇ ਤਨ ਦੇ ਉੱਪਰ ਉਹ ਸੰਤਾਪ ਆਪਣੇ ਹੱਡਾਂ ਦੇ ਉੱਪਰ ਹੰਢਾਇਆ ਆ। ਇਸ ਵਕਤ ਵੀ ਜਿਹੜਾ ਸੰਘਰਸ਼ ਹੈ ਉਸ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਰੂਪ ਰੇਖਾ ਉਹਦੀ ਤਿਆਰ ਕੀਤੀ ਜਾ ਰਹੀ ਹੈ। ਕੀ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ, ਭਾਰਤ ਵਾਸੀਆਂ ਨੂੰ? ਹਾਂ, ਨਹੀਂ ਦੇਖੋ, ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਚਾਹੀਦਾ ਤਾਂ ਇਹ ਸੀਗਾ ਕਿ ਕਿਸਾਨ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਬਣੇ ਆ ਵੀ ਉਹ ਸੁਨੇਹਾ ਦਿੰਦੇ, ਬੜੇ ਵਧੀਆ ਤਰੀਕੇ ਨਾਲ ਦਿੰਦੇ, ਕਿ ਜਿਸ ਵੇਲੇ ਵੀ ਆਮ ਭਾਰਤ ਦੇ ਆਮ ਨਾਗਰਿਕਾਂ ਦੇ ਉੱਤੇ ਕੋਈ ਜ਼ੁਲਮ ਹੁੰਦਾ, ਕੋਈ ਤਸ਼ੱਦਦ ਹੁੰਦਾ, ਅਤੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕ ਜਿਹੜੇ ਆ ਉਹਦੇ ਖਿਲਾਫ ਉੱਠਦੇ ਆ। ਬੇਸ਼ੱਕ ਮੁਗਲਾਂ ਦਾ ਰਾਜ ਹੋਵੇ ਜਿਹਦੇ ਵਿੱਚ ਇੱਥੋਂ ਦੇ ਲੋਕਾਂ ਦੀਆਂ ਧੀਆਂ ਭੈਣਾਂ ਸ਼ਰੇਆਮ ਦਿਨ ਦਿਹਾੜੇ ਚੁੱਕੀਆਂ ਜਾਂਦੀਆਂ ਸੀ, ਉਸ ਵੇਲੇ ਉਹਨਾਂ ਨੂੰ ਬਚਾਉਣ ਲਈ ਪੰਜਾਬ ਦੇ ਜਾਏ ਜਿਹੜੇ ਆ ਸਿੱਖ ਗੱਭਰੂ ਉਹ ਆਉਂਦੇ ਰਹੇ, ਅੱਗੇ ਜਾਨਾਂ ਵਾਰਦੇ ਰਹੇ ਆ ਅਤੇ ਇੱਥੋਂ ਦੀਆਂ ਧੀਆਂ ਭੈਣਾਂ ਨੂੰ ਬਚਾਉਂਦੇ ਰਹੇ ਆ। ਜੇ ਗੱਲ ਅੰਗਰੇਜ਼ਾਂ ਦੇ ਰਾਜ ਦੀ ਕਰੀਏ ਅਤੇ ਉਦੋਂ ਉਹਨਾਂ ਦੀ ਗੁਲਾਮੀ ਤੋਂ ਆਪਣੇ ਸਾਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਜੇ ਕੀਤੀਆਂ ਅਤੇ ਪੰਜਾਬ ਦੇ ਸਿੱਖਾਂ ਨੇ ਕੀਤੀਆਂ। ਇਹ ਅੰਕੜੇ ਜਿਹੜੇ ਆ ਇਹ ਅੱਜ ਵੀ ਦੇਖੇ ਜਾ ਸਕਦੇ ਆ। ਅਤੇ ਆਜ਼ਾਦੀ ਤੋਂ ਬਾਅਦ ਅਸੀਂ ਇਹਨੂੰ ਬੇਸ਼ੱਕ ਆਜ਼ਾਦੀ ਨਹੀਂ ਮੰਨਦੇ, ਅਖੌਤੀ ਆਜ਼ਾਦੀ ਕਹਿ ਸਕਦੇ ਹਾਂ। 1947 ਤੋਂ ਬਾਅਦ ਜੇ ਐਮਰਜੈਂਸੀ ਦਾ ਦੌਰ ਹੈ, ਜਦੋਂ ਕਿ ਇੱਥੋਂ ਦੇ ਨਾਗਰਿਕਾਂ ਦੇ ਮੁੱਢਲੇ ਹੱਕ ਜਿਹੜੇ ਖਤਮ ਕਰ ਦਿੱਤੇ ਗਏ, ਐਮਰਜੈਂਸੀ ਲਾ ਦਿੱਤੀ ਗਈ, ਤਾਨਾਸ਼ਾਹੀ ਹਕੂਮਤ ਜਿਹੜੀ ਇੰਦਰਾ ਗਾਂਧੀ ਨੇ ਜਿਹੜੀ ਇੱਕ ਸਥਾਪਿਤ ਕਰ ਦਿੱਤੀ, ਉਹਦੇ ਖਿਲਾਫ ਵੀ ਜੇ ਲੜਿਆ ਅਤੇ ਪੰਜਾਬ ਲੜਿਆ। ਉਸ ਵੇਲੇ ਜਿਹੜਾ ਕਿ ਜਿਸ ਵੇਲੇ ਜਦੋਂ ਸਿੱਖ ਲੜਦੇ ਆ, ਜਦੋਂ ਅੰਗਰੇਜ਼ਾਂ ਦੇ ਖਿਲਾਫ ਵੀ ਲੜ ਰਹੇ ਸੀਗੇ, ਅਤੇ ਲਾਲਾ ਲਾਜਪਤ ਰਾਏ ਵਰਗਿਆਂ ਦੇ ਅਖਬਾਰ ਵੀ ਜਿਹੜੇ ਕਹਿੰਦੇ ਸੀਗੇ ਕਿ ਜਿਹੜੇ ਸਿੱਖਾਂ ਦੀਆਂ ਸਿਫਤਾਂ ਕਰਦੇ ਸੀ, ਕਵਿਤਾਵਾਂ ਜਿਹੜੀਆਂ ਨੇ ਉਹਨਾਂ ਦੀਆਂ ਅੱਜ ਵੀ ਰਿਕਾਰਡ ਦੇ ਵਿੱਚ ਮਿਲ ਸਕਦੀਆਂ। ਜਿਸ ਵੇਲੇ ਸਿੱਖ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਉਂਦੇ ਆ, ਉਦੋਂ ਵੀ ਸਿੱਖਾਂ ਦੀਆਂ ਸਿਫਤਾਂ ਸਾਰੇ ਦੇਸ਼ ਵੱਲੋਂ ਹੁੰਦੀਆਂ। ਪਰ ਗੱਲ ਇਹ ਹੈ ਕਿ ਜਿਸ ਵੇਲੇ ਇਸ ਤੋਂ ਬਾਅਦ ਜਿਹੜੀ ਹਕੂਮਤ ਜਦੋਂ ਸਿੱਖਾਂ ਦੇ ਉੱਤੇ ਖੁੰਦਕ ਕੱਢਦੀ ਆ, ਆਪਣੀ ਐਮਰਜੈਂਸੀ ਦੀ ਖੁੰਦਕ ਇੰਦਰਾ ਗਾਂਧੀ ਨੇ 1984 ਦੇ ਵਿੱਚ ਕੱਢੀ, ਅਤੇ ਉਸ ਵੇਲੇ ਸਾਰੇ ਦਾ ਸਾਰਾ ਦੇਸ਼ ਜਿਹੜਾ ਕੁਝ ਸਮਾਂ ਪਹਿਲਾਂ 1975 ਦੇ ਵਿੱਚ ਐਮਰਜੈਂਸੀ ਦੇ ਖਿਲਾਫ ਲੜਾਈ ਦੇ ਕਾਰਨ ਜਿਹੜਾ ਕਿ ਸਿੱਖਾਂ ਦੇ ਸੋਹਲੇ ਗਾਉਂਦਾ ਸੀ, ਉਹ ਸਾਰੇ ਦਾ ਸਾਰਾ ਦੇਸ਼ ਇੰਦਰਾ ਗਾਂਧੀ ਦੀ ਪਿੱਠ 'ਤੇ ਖਲੋਤਾ ਸੀ, ਕਿਉਂਕਿ ਉਹਨੇ ਸਿੱਖਾਂ ਦੀ ਧਾਰਮਿਕ ਪਛਾਣ ਜਿਹੜੀ ਆ ਉਹਨੂੰ ਖਤਮ ਕਰਨ ਦੇ ਲਈ ਹਮਲਾ ਕੀਤਾ ਸੀ। ਅਤੇ ਜਦੋਂ ਸਿੱਖਾਂ ਦੀ ਧਾਰਮਿਕ ਪਛਾਣ ਦੇ ਉੱਤੇ ਖਤਰਾ ਆਉਂਦਾ, ਉਸ ਵੇਲੇ ਸਾਰੇ ਦਾ ਸਾਰਾ ਦੇਸ਼ ਜਿਹੜਾ ਕਿ ਉਹ ਸਿੱਖਾਂ ਦੇ ਵਿਰੋਧ ਵਿੱਚ ਖਲੋ ਜਾਂਦਾ। ਵੀ ਇਹ ਜੇ ਉਹਨਾਂ ਲੋਕਾਂ ਨੂੰ, ਸਾਰੇ ਦੇਸ਼ ਨੂੰ, ਪੰਜਾਬ ਤੋਂ ਬਾਹਰਲੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੂੰ ਇਹ ਗੱਲ ਜਿਹੜੀ ਆ ਇਹ ਚੰਗੀ ਤਰ੍ਹਾਂ ਸਮਝਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਕਿਸਾਨ ਜਿਹੜੇ ਪੰਜਾਬ ਦੇ ਕਿਸਾਨ ਲੀਡਰਸ਼ਿਪ ਉਹਨਾਂ ਦੀ ਆ,
ਕਿ ਪਹਿਲਾਂ ਸਿੱਖਾਂ ਦੇ ਨਾਲ ਆਹ ਕੁਝ ਹੁੰਦਾ ਰਿਹਾ ਕਿ ਜਿਸ ਵੇਲੇ ਅਸੀਂ ਕਿਸੇ ਵੀ ਸਰਕਾਰੀ ਧੱਕੇ ਦੇ ਖਿਲਾਫ, ਜਿਹੜਾ ਸਮੂਹ ਭਾਰਤ ਦੇ ਨਾਗਰਿਕਾਂ ਦੇ ਉੱਤੇ ਧੱਕਾ ਹੁੰਦਾ, ਉਹਦੇ ਖਿਲਾਫ ਲੜਦੇ ਹਾਂ, ਉਦੋਂ ਸਾਡੀਆਂ ਸਿਫਤਾਂ ਹੁੰਦੀਆਂ। ਪਰ ਜਦੋਂ ਹਕੂਮਤ ਉਹ ਕਿਹੜ ਕੱਢਣ ਦੇ ਲਈ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀ ਹੈ, ਸਿੱਖਾਂ ਦੀ ਧਾਰਮਿਕ ਹੋਂਦ ਦੇ ਉੱਤੇ ਹਮਲਾ ਕਰਦੀ ਹੈ, ਉਸ ਵੇਲੇ ਸਾਰੀ ਦਾ ਸਾਰਾ ਦੇਸ਼ ਜਿਹੜਾ ਉਹਨਾਂ ਹਾਕਮਾਂ ਦੀ ਪਿੱਠ ਦੇ ਉੱਤੇ ਜਾ ਕੇ ਖਲੋ ਜਾਂਦਾ ਵੀ ਇਹ ਜਿਹੜਾ ਇਹ ਸਿੱਖਾਂ ਦੇ ਨਾਲ ਇਹ ਧੱਕਾ ਜਿਹੜਾ ਇਹ ਅੱਗੇ ਵਾਸਤੇ ਨਹੀਂ ਹੋਣਾ ਚਾਹੀਦਾ। ਅਤੇ ਜੇ ਸਿੱਖਾਂ ਨੂੰ ਤੁਸੀਂ ਪਸੰਦ ਕਰਦੇ ਹੋ, ਅਤੇ ਉਸ ਹਾਲਾਤ ਦੇ ਵਿੱਚ ਵੀ ਜਦੋਂ ਸਿੱਖਾਂ ਦੇ ਧਾਰਮਿਕ ਆਧਾਰ ਉੱਤੇ, ਸਿੱਖਾਂ ਦੀ ਹੋਂਦ ਦੇ ਉੱਤੇ, ਸਿੱਖਾਂ ਦੀ ਨਿਆਰੇਪਣ ਦੇ ਉੱਤੇ ਜਿਹੜਾ ਹਕੂਮਤ ਵੱਲੋਂ ਹਮਲਾ ਹੁੰਦਾ, ਉਸ ਵੇਲੇ ਵੀ ਇਸੇ ਤਰ੍ਹਾਂ ਉਹਨਾਂ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਆ ਬੁਲੰਦ ਕਰਨ ਦੀ ਲੋੜ ਹੈ। ਭਾਈ ਬਲਜੀਤ ਸਿੰਘ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਉਹਨਾਂ ਨੇ ਆਪਣੇ ਤਜਰਬੇ ਤੋਂ ਦੱਸਿਆ ਹੈ ਕਿ ਜਿਹੜੇ ਸੰਘਰਸ਼ ਲੜੇ ਜਾਂਦੇ ਹੈ, ਕਿਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਰੂਪ ਰੇਖਾ ਹੈ, ਕਿਸ ਤਰ੍ਹਾਂ ਰੂਪ ਰੇਖਾ ਉਹਨਾਂ ਦੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।